मतलब खुद ਨੂੰ ਰੋਕ ਨਹੀਂ ਪਾ ਰਹੀ ਸੀਗੀ। मतलब मेरी रूह ਇੱਥੇ ਸੀ, मेरी आत्मा ਇੱਥੇ ਸੀਗੀ, क्योंकि मैं दिन रात ਉਹੀ ਨਿਊਜ਼ ਉਹ ਸਭ मतलब ਦੇਖਦੀ ਸੀ। ਤਾਂ ਮੈਨੂੰ ਲੱਗਦਾ ਸੀ ਕਿ ਨਹੀਂ, ਮੈਨੂੰ ਉੱਥੇ ਜਾਣਾ ਚਾਹੀਦਾ। ਬਟ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਪੇਰੈਂਟਸ ਦੀ ਮਰਜ਼ੀ ਨਾਲ ਹੀ ਆਉਣਾ ਚਾਹੁੰਦੀ ਸੀ, ਬਿਕਾਜ਼ ਬਿਨਾਂ ਮਰਜ਼ੀ ਤੋਂ ਨਹੀਂ, ਉਹ ਚੀਜ਼ ਨੂੰ मतलब ਆਪਣਾ ਮਨ ਅਲਾਉ ਨਹੀਂ ਕਰਦਾ ਸੀ। ਇਹ ਨਹੀਂ ਚਾਹੁੰਦੇ ਕਿ ਲੋਕ ਸਾਨੂੰ ਜਾਣਨ, ਨਹੀਂ, ਉਸ ਚੀਜ਼ ਦਾ ਕੁਝ ਨਹੀਂ ਹੈ। ਬਟ ਜੋ ਸਾਨੂੰ ਇੱਥੇ ਦੁਆਵਾਂ ਮਿਲਦੀਆਂ, ਸਿਰ 'ਤੇ ਹੱਥ ਰੱਖਦੇ ਆ ਨਾ ਬਜ਼ੁਰਗ, ਜਦੋਂ ਲੰਘਦੇ ਆ, ਵੜਦੇ ਆ, ਆਉਂਦੇ ਆ, ਇੱਥੇ ਪਾਣੀ ਵੀ ਪਿਲਾਉਂਦੇ ਆ, ਤਾਂ ਅੱਗੇ ਤੋਂ ਅਸੀਸਾਂ ਆਉਂਦੀਆਂ ਨੇ। ਉਹ ਅਸੀਸਾਂ ਰੂਹ ਤੋਂ ਹੁੰਦੀਆਂ। खुद ਨੂੰ मतलब ਰੋਕਿਆ ਕਿ ਨਹੀਂ, ਮੈਨੂੰ ਇੱਥੇ ਤੱਕ मतलब ਆਪਾਂ मतलब ਇਹ ਸੋਚ ਕੇ ਆਏ ਹੀ ਨਹੀਂ ਸੀਗੇ ਕਿ ਕਦੇ ਸਟੇਜ ਤੱਕ ਜਾ ਕੇ ਸੇਵਾ ਕਰਨ ਦਾ ਮੌਕਾ ਮਿਲੂਗਾ, ਜਾਂ ਆਪਾਂ ਸਟੇਜ 'ਤੇ ਜਾ ਕੇ ਕੋਈ ਸਨਮਾਨਿਤ ਵੀ ਹੋ ਸਕਾਂਗੇ। ਕਦੇ ਇਸ ਸਟੇਜ ਤੱਕ ਨਹੀਂ ਸੋਚਿਆ ਸੀ ਕਦੇ ਵੀ। ਪਿੱਛੇ ਮੁੜਨ ਵਾਲੀ ਗੱਲ, मतलब ਅਸੀਂ ਸੋਚਦੇ ਹਾਂ ਕਿ ਮੈਨੂੰ ਕਈ ਵਾਰ ਕਿਹਾ ਗਿਆ ਕਿ ਸੁਖਮਨ ਘਰ ਹੋਇਆ ਇੱਕ ਵਾਰ, ਬੜਾ ਮਨ ਵੀ ਕਰਦਾ ਕਿ ਮੰਮਾ ਨੂੰ ਮਿਲਾਂ, ਮੰਮਾ ਨੂੰ ਹੱਗ ਕਰੀਏ, ਆਪਣੇ ਮਾਂ ਬਾਪ ਨੂੰ ਮਿਲੀਏ। ਪਰ ਫਿਰ ਸੋਚ ਰਹੇ ਹਾਂ ਕਿ ਨਹੀਂ, ਆਪਣੇ ਬਜ਼ੁਰਗ ਜੋ ਸ਼ਾਇਦ ਇੱਕ ਵਾਰ ਵੀ ਉਹ ਵੀ ਘਰ ਨਹੀਂ ਗਏ ਹੋਣੇ, ਤਾਂ ਉਹਨਾਂ ਕਨੀ ਵੇਖ ਕੇ ਫਿਰ ਇੱਕ ਜਜ਼ਬਾ ਆਉਂਦਾ, ਇੱਕ ਹਿੰਮਤ ਆਉਂਦੀ ਆ। ਮੈਂ ਸੋਚਦੀ ਹਾਂ ਜੋ ਸੁਖਮਨੀ ਇੱਥੇ ਆਈ ਸੀ ਉਹ ਹੁਣ ਨਹੀਂ ਹੈਗੀ। मतलब मैं एक ਐਵੇਂ ਦੀ ਕੁੜੀ ਸੀ ਜੋ मतलब ਇੱਕ ਧੁੱਪ 'ਚ ਜਾਣ ਤੋਂ ਵੀ ਇੱਕ ਅੰਬਰੇਲਾ ਉਹ ਅੱਜ ਵੀ ਲੈਂਦੀ ਹਾਂ, ਬਟ ਮੈਂ ਇੱਕ ਸਟੈਪ ਧੁੱਪ 'ਚ ਨਹੀਂ ਰੱਖ ਪਾਉਂਦੀ ਹੁੰਦੀ ਸੀ ਡਸਟ ਤੋਂ। ਮੈਨੂੰ ਸਾਈਨਸ ਦੀ ਥੋੜ੍ਹੀ ਪ੍ਰੋਬਲਮ ਹੈਗੀ। ਰੋਜ਼ਾਨਾ ਸਪੋਕਸਮੈਨ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸ਼ਸ਼ਵ ਨਾਗਰਾ ਸਵਾਗਤ ਕਰਦਾ। ਦੋਸਤੋ, ਦੇਸ਼ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੇ ਇਸ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਆ ਰਹੇ ਹਾਂ। ਤੇ ਅੱਜ ਹੋਰ ਇੱਕ ਅਜਿਹੀ ਸ਼ਖਸੀਅਤ, ਇੱਕ ਅਜਿਹੀ ਰੂਹ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ, ਉਹਨਾਂ ਦੀ ਕਹਾਣੀ ਵੀ ਦੱਸਾਂਗੇ। ਇਹ ਕਹਾਣੀ ਹੈ ਮੇਰੀ ਭੈਣ ਸੁਖਮਨੀ ਦੀ, ਜੋ ਪਿਛਲੇ ਕਈ ਮਹੀਨਿਆਂ ਤੋਂ ਸਿੰਘੂ ਬਾਰਡਰ 'ਤੇ ਪਾਣੀ ਦੀ ਸੇਵਾ ਕਰ ਰਹੀ ਹੈ। ਅਕਸਰ ਸਟੇਜ ਦੇ ਜਿਹੜਾ ਸਟੇਜ ਦਾ ਪੰਡਾਲ ਹੈ ਜਿੱਥੇ ਉੱਥੇ ਬਜ਼ੁਰਗਾਂ ਨੂੰ ਪਾਣੀ ਪਿਲਾਉਂਦੇ ਹੋਏ ਇਹ ਭੈਣ ਨਜ਼ਰ ਆਉਂਦੀ ਹੈ। ਅਤੇ ਇਹਨਾਂ ਦਾ ਜਿਹੜਾ ਦਿਨਚਰਿਆ ਉਹ ਮੈਨੂੰ ਲੱਗਦਾ 6 ਵਜੇ ਸ਼ੁਰੂ ਹੋ ਜਾਂਦੀ ਹੈ, ਅਤੇ ਉਸ ਤੋਂ ਬਾਅਦ ਰਾਤ ਤੱਕ ਜਦੋਂ 8 ਵਜੇ ਤੱਕ ਸਟੇਜ ਚੱਲਦੀ ਹੈ ਉਦੋਂ ਤੱਕ ਸੇਵਾ ਕਰਦੇ ਨੇ, ਅਤੇ ਫਿਰ ਉਸ ਤੋਂ ਬਾਅਦ ਆਪਣੇ ਰਹਿਣ ਬਸੇਰੇ ਦੇ ਵਿੱਚ ਚਲੇ ਜਾਂਦੇ ਨੇ ਅਤੇ ਅਗਲੇ ਦਿਨ ਦੀ ਸ਼ੁਰੂਆਤ ਉਸੇ ਤਰ੍ਹਾਂ ਹੋ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਮੈਂ ਸ਼ੁਰੂਆਤ ਕਰਾਂ, ਇਸ ਅੰਦੋਲਨ ਤੋਂ ਪਹਿਲਾਂ ਕੀ ਜ਼ਿੰਦਗੀ ਸੀ, ਉਸ ਤੋਂ ਪਹਿਲਾਂ ਕੀ ਕਰਦੇ ਸੀਗੇ? ਹਾਂਜੀ, ਮੇਰਾ ਨਾਮ ਸੁਖਮਨੀ ਹੈ ਅਤੇ ਮੈਂ ਮੋਰਿੰਡਾ ਤੋਂ ਬਿਲੋਂਗ ਕਰਦੀ ਹਾਂ। ਔਰ ਮੈਂ ਜੌਬ ਕਰਦੀ ਸੀ, ਮੇਰੀ ਅਕਾਊਂਟੈਂਟ ਦੀ ਜੌਬ ਸੀ, ਮੈਂ ਚੰਡੀਗੜ੍ਹ ਜੌਬ ਕਰਦੀ ਸੀ। ਬਟ ਲਾਸਟ ਈਅਰ ਜਦੋਂ ਕਰੋਨਾ मतलब ਹੋਇਆ, ਇੱਥੇ ਸਟਾਰਟ ਹੋਇਆ, ਅਤੇ ਉਦੋਂ ਜੌਬ ਚਲੀ ਗਈ ਸੀ ਮੇਰੀ। ਅਤੇ ਉਦੋਂ ਤੋਂ मतलब ਜੌਬ ਸਰਚ ਲਈ ਹੀ ਸੀ, ਸਰਚਿੰਗ ਹੀ ਸੀ। ਫਿਰ ਆਪਣਾ मतलब ਇੱਥੇ ਕਿਸਾਨੀ ਅੰਦੋਲਨ ਜਦੋਂ ਸ਼ੁਰੂ ਹੋਇਆ 26 ਨਵੰਬਰ, ਅਤੇ ਉਦੋਂ ਆਪਾਂ ਟੀਵੀਜ਼ ਵਿੱਚ, ਨਿਊਜ਼ ਚੈਨਲਸ ਵਿੱਚ ਦੇਖਦੇ ਸੀਗੇ ਕਿ मतलब ਇੱਥੇ ਕਿ ਆਪਣੇ ਬਜ਼ੁਰਗ ਇੱਥੇ ਜਾਂ ਆਪਣੇ ਨੌਜਵਾਨ ਇੱਥੇ। ਸੋ ਉਹ ਸਭ ਦੇਖ ਕੇ ਇੱਕ ਆਪਣੇ ਆਪ ਨੂੰ ਅੰਦਰੋਂ, ਇੱਕ ਆਪਣੀ ਰੂਹ ਨੂੰ ਇੱਕ ਆਵਾਜ਼ ਆਈ ਅੰਦਰੋਂ ਕਿ ਆਪਾਂ ਇੱਥੇ ਬੈੱਡ 'ਤੇ ਬੈਠੇ ਹਾਂ, ਆਪਾਂ ਵਿਹਲੇ ਹਾਂ, ਆਪਾਂ ਘਰ ਹਾਂ, ਆਪਾਂ ਹਜੇ ਕੋਈ ਵਰਕਿੰਗ ਨਹੀਂ, ਕੋਈ ਕੁਛ ਨਹੀਂ, ਆਪਾਂ ਉੱਥੇ ਜਾ ਕੇ ਕੋਈ ਯੋਗਦਾਨ ਪਾ ਸਕਦੇ ਹਾਂ। ਤਾਂ ਸਟਾਰਟਿੰਗ ਵਿੱਚ ਮੈਂ ਆਪਣੇ ਪੇਰੈਂਟਸ ਨੂੰ मतलब ਗੱਲ ਕੀਤੀ ਸੀ ਉਹਨਾਂ ਨਾਲ ਕਿ ਮੈਂ ਜਾਣਾ ਚਾਹੁੰਦੀ ਹਾਂ ਉੱਥੇ ਸੇਵਾ ਲਈ। ਔਰ ਉਸ ਤੋਂ ਪਹਿਲਾਂ ਵੀ ਅਸੀਂ मतलब ਗੁਰਦੁਆਰਾ ਸਾਹਿਬ ਸੇਵਾ मतलब ਇੱਕ ਛੋਟੇ ਹੁੰਦੇ ਤੋਂ ਹੀ ਮੰਮਾ ਪਾਪਾ ਦੇ ਨਾਲ ਜਾਣਾ ਅਤੇ ਸੇਵਾ ਕਰਨੀ, ਉਹ ਇੱਕ ਪਿੱਛੋਂ ਬੈਕਗਰਾਊਂਡ ਤੋਂ ਹੀ ਮੇਰੇ ਬੀਜੀ ਜਿਵੇਂ ਸੇਵਾ 'ਚ ਹੈਗੇ ਆ। ਤਾਂ मतलब ਉਹ ਸ਼ੁਰੂ ਤੋਂ ਹੀ ਸੀਗਾ ਕਿ ਗੁਰਦੁਆਰੇ 'ਚ ਜਾ ਕੇ ਅਸੀਂ ਸੇਵਾ ਕਰਦੇ ਸੀਗੇ। ਤਾਂ ਫਿਰ ਐਵੇਂ ਸੋ ਬੜਾ ਮਨ ਕੀਤਾ ਕਿ ਮੈਂ ਜਾਣਾ ਚਾਹੁੰਦੀ ਸੀ, ਬਟ ਕਿਤੇ ਨਾ ਕਿਤੇ ਸੋਚਦੀ ਸੀ ਕਿ ਪਤਾ ਨਹੀਂ ਮੰਮਾ ਪਾਪਾ ਮੰਨਣਗੇ ਜਾਂ ਨਹੀਂ, ਬਿਕੋਜ਼ ਇੱਕ ਕੁੜੀ ਆ, ਮੁੰਡਾ ਨਹੀਂ ਹੈਗੀ। ਸੋ ਫਿਰ ਉਹ ਜਦੋਂ ਪੁੱਛਿਆ ਅਤੇ ਸਟਾਰਟਿੰਗ 'ਚ ਮਨਾ ਕੀਤਾ ਸੀ, ਜਦੋਂ ਇੱਥੇ ਕਾਫੀ मतलब ਸੰਘਰਸ਼ ਕਰਨਾ ਪਿਆ ਆਪਾਂ ਨੂੰ ਇੱਥੇ ਸੈਟਲ ਹੋਣ ਲਈ, ਜਦੋਂ ਸਟਾਰਟਿੰਗ ਦੇ ਡੇਜ਼ ਸੀਗੇ ਜਦੋਂ ਆਪਣੇ ਇੱਥੇ। ਔਰ ਉਸ ਤੋਂ ਬਾਅਦ ਥੋੜ੍ਹੇ ਕੁ ਦਿਨਾਂ ਬਾਅਦ ਦੁਬਾਰਾ ਮੈਂ ਕੋਸ਼ਿਸ਼ ਕੀਤੀ ਕਿ मतलब ਖੁਦ ਨੂੰ ਰੋਕ ਨਹੀਂ ਪਾ ਰਹੀ ਸੀਗੀ। मतलब ਮੇਰੀ ਰੂਹ ਇੱਥੇ ਸੀ, ਮੇਰੀ ਆਤਮਾ ਇੱਥੇ ਸੀਗੀ, ਕਿਉਂਕਿ ਮੈਂ ਦਿਨ ਰਾਤ ਉਹੀ ਨਿਊਜ਼ ਉਹ ਸਭ मतलब ਦੇਖਦੀ ਸੀ। ਤਾਂ ਮੈਨੂੰ ਲੱਗਦਾ ਸੀ ਕਿ ਨਹੀਂ, ਮੈਨੂੰ ਉੱਥੇ ਜਾਣਾ ਚਾਹੀਦਾ। ਬਟ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਪੇਰੈਂਟਸ ਦੀ ਮਰਜ਼ੀ ਨਾਲ ਹੀ ਆਉਣਾ ਚਾਹੁੰਦੀ ਸੀ, ਬਿਕਾਜ਼ ਬਿਨਾਂ ਮਰਜ਼ੀ ਤੋਂ ਨਹੀਂ, ਉਹ ਚੀਜ਼ ਨੂੰ मतलब ਆਪਣਾ ਮਨ ਅਲਾਉ ਨਹੀਂ ਕਰਦਾ ਸੀ। ਸੋ ਦੁਬਾਰਾ ਕੁਐਸਚਨ ਕੀਤਾ 10 ਦਿਨ ਬਾਅਦ, ਅਤੇ ਅੱਗੋਂ ਪਾਪਾ ਨੇ ਹਾਂ ਕਰਤੀ। ਔਰ ਮੈਂ ਬਹੁਤ मतलब ਸ਼ੌਕ ਫੀਲ ਹੋਇਆ, मतलब ਬਹੁਤ ਖੁਸ਼ੀ ਵੀ ਹੋਈ ਕਿ मतलब ਜਿਨ੍ਹਾਂ ਨੇ ਮੈਨੂੰ ਪਹਿਲਾਂ ਮਨਾ ਕੀਤਾ ਅਤੇ ਉਹਨਾਂ ਨੇ ਇੱਕਦਮ ਹਾਂ ਕੀਤੀ।
ਔਰ ਉਸ ਤੋਂ ਦਿਨ ਮੈਂ ਅਗਲਾ ਦਿਨ ਦੀ ਮਤਲਬ ਵੇਟ ਨਹੀਂ ਕੀਤੀ ਸੀ, ਤਾਂ ਮੈਂ ਆਪਣਾ ਬੈਗ ਅੱਜ ਤੁਹਾਡੇ ਮਾਪੇ ਤੁਹਾਡੇ ਤੇ ਮਾਣ ਮਹਿਸੂਸ ਕਰਦੇ ਨੇ ਜਦੋਂ ਸਟੇਜ ਤੋਂ ਨਾਮ ਲੈ ਕੇ ਤੁਹਾਨੂੰ ਸਨਮਾਨਿਤ ਕੀਤਾ ਜਾਂਦਾ? ਅੱਜ ਵੀ ਮੈਨੂੰ ਲੱਗਦਾ ਸਨਮਾਨ ਕੀਤਾ ਗਿਆ ਤੁਹਾਨੂੰ ਸਟੇਜ ਤੋਂ, ਤਾਂ ਫਖਰ ਮਹਿਸੂਸ ਕਰਦੇ ਨੇ? ਹਾਂਜੀ, ਹੁਣ ਮੰਮਾ ਪਾਪਾ ਬਹੁਤ ਪ੍ਰਾਊਡ ਫੀਲ ਕਰਦੇ ਆ ਕਿ ਸਾਡਾ ਪੁੱਤ, ਕਿ ਸਾਡੀ ਧੀ ਉੱਥੇ, ਕਿ ਉਹਨੂੰ ਸਨਮਾਨਿਤ ਕੀਤਾ ਗਿਆ। ਤੇ ਪਹਿਲਾਂ ਵੀ 2-3 ਵਾਰ ਸਨਮਾਨਿਤ ਕਰ ਚੁੱਕੇ ਆ, ਤੇ ਅੱਜ ਵੀ ਸਨਮਾਨ ਕੀਤਾ ਗਿਆ। ਜਦ ਕਿ ਮੈਂ ਮਤਲਬ ਖੁਦ ਨੂੰ ਮਤਲਬ ਰੋਕਿਆ ਕਿ ਨਹੀਂ, ਮੈਨੂੰ ਇੱਥੇ ਤੱਕ ਮਤਲਬ ਆਪਾਂ ਮਤਲਬ ਇਹ ਸੋਚ ਕੇ ਆਏ ਹੀ ਨਹੀਂ ਸੀਗੇ ਕਿ ਕਦੇ ਸਟੇਜ ਤੱਕ ਜਾ ਕੇ ਸੇਵਾ ਕਰਨ ਦਾ ਮੌਕਾ ਮਿਲੂਗਾ, ਜਾਂ ਆਪਾਂ ਸਟੇਜ 'ਤੇ ਜਾ ਕੇ ਕੋਈ ਸਨਮਾਨਿਤ ਵੀ ਹੋ ਸਕਾਂਗੇ। ਕਦੇ ਇਸ ਸਟੇਜ ਤੱਕ ਨਹੀਂ ਸੋਚਿਆ ਸੀ ਕਦੇ ਵੀ। ਔਰ ਸਟਾਰਟਿੰਗ 'ਚ ਜਦੋਂ ਮੈਂ ਇੱਥੇ ਆਈ ਸੀਗੀ ਤੇ ਮਤਲਬ ਮੇਰੀ ਸੇਵਾ ਲੰਗਰ ਦੀ ਸੇਵਾ ਹੀ ਸੀ, ਮੈਂ ਸਟੇਜ 'ਤੇ ਕਦੇ ਵੀ ਨਹੀਂ ਆਈ ਸੀਗੀ। ਸੋ ਲੰਗਰ ਦੀ ਸੇਵਾ ਕਰਦੇ ਕਰਦੇ ਥੋੜਾ ਡਿਸਕ ਦੀ ਪ੍ਰੋਬਲਮ ਹੋ ਗਈ ਸੀ, ਥੋੜੀ ਲੈਗ ਪ੍ਰੋਬਲਮ ਹੋਣ ਕਰਕੇ ਤਦੋਂ ਮੈਂ ਸਟੇਜ 'ਤੇ ਆਉਣਾ ਸ਼ੁਰੂ ਕੀਤਾ ਸੀਗਾ। ਲੰਗਰ ਦੀ ਸੇਵਾ ਮੈਂ ਨਵਾਂ ਸ਼ਹਿਰ ਵਾਲਿਆਂ ਦੇ ਲੰਗਰ 'ਚ ਸਟਾਰਟ ਕੀਤੀ ਸੀ, ਪੈਟਰੋਲ ਪੰਪ ਦੇ ਬਿਲਕੁਲ ਆਪੋਜ਼ਿਟ ਸਾਈਡ। ਔਰ ਸੋ ਹਾਂਜੀ, ਮੈਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦੇਵਾਂ ਕਿ ਸ਼ਾਇਦ ਹੀ ਤੁਸੀਂ ਇਸ ਭੈਣ ਨੂੰ ਜ਼ਿਆਦਾ ਕੈਮਰੇ ਤੇ ਦੇਖਿਆ ਹੋਵੇ, ਕਿਉਂਕਿ ਇਹ ਆਪਣੀ ਸੇਵਾ ਦੇ ਵਿੱਚ ਹੀ ਲੱਗੇ ਰਹਿੰਦੇ ਨੇ। ਕਦੇ ਸਟੇਜ ਤੇ ਆ ਕੇ ਇਹਨਾਂ ਨੇ ਕੋਈ ਬਿਆਨਬਾਜ਼ੀ ਨਹੀਂ ਕੀਤੀ, ਕੋਈ ਸਪੀਚ ਨਹੀਂ ਦਿੱਤੀ। ਇੱਕ ਸੇਵਾਦਾਰ ਦੀ ਤਰ੍ਹਾਂ ਇੱਥੇ ਜਿੱਦਾਂ ਸੇਵਾ ਕਰਦੇ ਨੇ ਤੇ ਅੰਦੋਲਨ ਦੇ ਵਿੱਚ ਆਪਣੀ ਰੂਹ ਮਹਿਸੂਸ ਕਰਦੇ ਨੇ। ਹਾਂਜੀ, ਮਤਲਬ ਮੈਨੂੰ ਬਹੁਤ ਕਿਹਾ ਗਿਆ ਕਿ ਸੁਖਮਨੀ ਇੱਕ ਵਾਰ ਸਟੇਜ 'ਤੇ ਆ ਕੇ ਕੁਝ ਬੋਲਣ ਲਈ ਜਾਂ ਕੁਝ, ਬਟ ਉਹ ਅੰਦਰੋਂ ਮਤਲਬ ਇੱਕ ਸੋਚ ਰਿਹਾ ਕਿ ਸੇਵਾ ਤੱਕ ਹੀ ਆਪਣੇ ਆਪ ਨੂੰ ਰੱਖਣਾ ਚਾਹਿਆ। ਜੋ ਘਰੋਂ ਵੀ ਸੋਚ ਕੇ ਆਏ ਸੀ ਕਿ ਨਹੀਂ, ਕਿ ਉੱਥੇ ਜਾਣਾ ਤਾਂ ਆਪਣੇ ਆਪ ਨੂੰ ਇੱਕ ਸੇਵਾ ਦੇ ਇੱਕ ਉਹਦੇ ਦਾਇਰੇ ਤੱਕ ਹੀ ਰਹਿਣ ਦੇਣਾ, ਇਸ ਤੋਂ ਅੱਗੇ ਨਹੀਂ। ਇੱਥੇ ਆ ਕੇ ਬਹੁਤ ਚਾਂਸ ਮਿਲੇ ਕਿ ਨਹੀਂ, ਅੱਗੇ ਆਪਾਂ ਇੱਕ ਤਰ੍ਹਾਂ ਨਾਲ ਮਤਲਬ ਜਾਣ ਨੂੰ ਅੱਜ ਵੀ ਸਟੇਜ 'ਤੇ ਚੜ੍ਹ ਕੇ ਆਪਾਂ ਬੋਲ ਸਕਦੇ ਆ, ਕੋਈ ਰੋਕ ਨਹੀਂ ਆ, ਮਤਲਬ ਮੈਂ ਬਟ ਉਹ ਫਿਰ ਸੋਚਦੇ ਕਿ ਨਹੀਂ, ਖੁਦ ਨੂੰ ਇੱਕ ਸੇਵਾ ਦੇ ਦਾਇਰੇ ਤੱਕ ਰੱਖਣਾ ਹੀ ਮੇਰੇ ਉੱਥੇ ਤੱਕ ਮੈਨੂੰ ਸਕੂਨ ਮਿਲਦਾ, ਤੇ ਮੈਨੂੰ ਉੱਥੇ ਤੱਕ ਰਹਿਣਾ ਹੀ ਮੈਂ ਚਾਹੁੰਦੀ ਹਾਂ ਕਿ ਮੈਂ ਉੱਥੇ ਤੱਕ ਹੀ ਰਵਾਂ ਜਦੋਂ ਤੱਕ ਇਹ ਅੰਦੋਲਨ ਚੱਲਦਾ ਪਿਆ। ਮੈਨੂੰ 2-3 ਵਾਰ ਮਨਾ ਕਰਨ ਤੋਂ ਬਾਅਦ ਮੇਰੀ ਭੈਣ ਇੰਟਰਵਿਊ ਲਈ ਰਾਜ਼ੀ ਹੋਏ ਨੇ, ਸਹਿਮਤੀ ਦਿੱਤੀ ਹੈ, ਕਿਉਂਕਿ ਇਹਨਾਂ ਦਾ ਕਹਿਣਾ ਸੀ ਕਿ ਨਹੀਂ, ਜ਼ਰੂਰਤ ਨਹੀਂ ਹੈ। ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਤੁਹਾਡੇ ਜਿਹੇ ਲੋਕਾਂ ਦੀ ਕਹਾਣੀ ਆਮ ਪਬਲਿਕ ਦੇ ਵਿੱਚ ਪਹੁੰਚਾਈ ਜਾਵੇ। ਤੇ ਨਾਲ ਦੀ ਨਾਲ ਜੇ ਮੈਂ ਗੱਲ ਕਰਾਂ, ਇਸ ਅੰਦੋਲਨ ਦੇ ਵਿੱਚ 6 ਮਹੀਨੇ ਤੁਸੀਂ ਹੋ ਗਏ ਹੋ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਹੋ, ਤੁਹਾਡੇ ਦੇ ਵਿੱਚ ਇਸ ਅੰਦੋਲਨ ਦੇ ਨਾਲ ਕੀ ਬਦਲਾਅ ਆਇਆ ਹੈ? ਕੀ ਤੁਸੀਂ ਇਸ ਅੰਦੋਲਨ ਦੇ ਵਿੱਚ ਖੋਇਆ, ਕੀ ਪਾਇਆ? ਇਸ ਅੰਦੋਲਨ 'ਚ ਆ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਹੁਤ ਕੁਝ ਮਤਲਬ ਵੇਖਿਆ, ਆਪਣੇ ਵੱਡਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਯੰਗ ਯੂਥ ਨੂੰ ਦੇਖਿਆ ਇੱਥੇ ਆ ਕੇ। ਮਤਲਬ ਜਦੋਂ ਮੈਂ ਇੱਥੇ ਆਈ ਸੀ ਤਾਂ ਸਟਾਰਟਿੰਗ 'ਚ ਇੱਥੇ ਮਤਲਬ ਲੜਕੀਆਂ ਇੰਨਾ ਜ਼ਿਆਦਾ ਨਹੀਂ ਸੀ ਜਦੋਂ, ਪਰ ਹੁਣ ਜਦੋਂ ਦੇਖਦੇ ਹਾਂ ਕਿ ਆਪਣੀਆਂ ਧੀਆਂ ਵੀ ਆਉਂਦੀਆਂ ਨੇ, ਆਪਣੀਆਂ ਭੈਣਾਂ, ਆਪਣੇ ਬਜ਼ੁਰਗ, ਮਤਲਬ ਲੇਡੀਜ਼ ਦਾ ਜੋ ਸਹਿਯੋਗ ਹੈ ਉਹ ਬਹੁਤ ਹੱਦ ਤੱਕ ਵਧਿਆ ਹੋਇਆ ਹੁਣ, ਜੋ ਸਟਾਰਟਿੰਗ 'ਚ ਸ਼ਾਇਦ ਬਹੁਤ ਮਤਲਬ ਘੱਟ ਸੀ। ਜਦੋਂ ਮੈਂ ਇੱਥੇ ਆਈ ਸੀ ਤਦੋਂ ਬਹੁਤ ਹੀ ਨਾ ਦੇ ਬਰਾਬਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਬਟ ਹੁਣ ਸਾਰੇ ਇੱਕ ਦੂਜੇ ਨਾਲ ਕੰਧਾ ਮਿਲਾ ਕੇ ਅਸੀਂ ਇੱਕ ਦੂਜੇ ਦੇ ਨਾਲ ਆ। ਤੇ ਬੀਬੀਆਂ ਦੇ ਜੱਥੇ ਵੀ ਆਉਂਦੇ ਹੈਗੇ ਆ, ਤੇ ਉਹ ਬਹੁਤ ਖੁਸ਼ੀ ਹੁੰਦੀ ਹੈ ਕਿ ਆਪਣੀ ਲੇਡੀਜ਼, ਆਪਣੇ ਬਜ਼ੁਰਗ ਮਾਤਾਵਾਂ ਤੇ ਭੈਣਾਂ ਆਪਣੇ ਨਾਲ ਹੋ ਕੇ ਆ। ਤੇ ਅੱਜ ਆਪਣੇ ਬਜ਼ੁਰਗਾਂ ਨੂੰ ਜ਼ਿਆਦਾ ਲੋੜ ਆ ਯੂਥ ਦੀ, ਤੇ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਖੜੇ ਹਾਂ ਜਦੋਂ ਤੱਕ ਇਹ ਸੰਘਰਸ਼ ਚੱਲਦਾ ਪਿਆ। ਤੇ ਅਸੀਂ ਮਤਲਬ ਪਿੱਛੇ ਮੁੜਨ ਵਾਲੀ ਗੱਲ, ਮਤਲਬ ਅਸੀਂ ਸੋਚਦੇ ਹਾਂ ਕਿ ਮੈਨੂੰ ਕਈ ਵਾਰ ਕਿਹਾ ਗਿਆ ਕਿ ਸੁਖਮਨ ਘਰ ਹੋਇਆ ਇੱਕ ਵਾਰ, ਬੜਾ ਮਨ ਵੀ ਕਰਦਾ ਕਿ ਮੰਮਾ ਨੂੰ ਮਿਲਾਂ, ਮੰਮਾ ਨੂੰ ਹੱਗ ਕਰੀਏ, ਆਪਣੇ ਮਾਂ-ਬਾਪ ਨੂੰ ਮਿਲੀਏ। ਪਰ ਫਿਰ ਸੋਚ ਰਹੇ ਹਾਂ ਕਿ ਨਹੀਂ, ਆਪਣੇ ਬਜ਼ੁਰਗ ਜੋ ਸ਼ਾਇਦ ਇੱਕ ਵਾਰ ਵੀ ਉਹ ਵੀ ਘਰ ਨਹੀਂ ਗਏ ਹੋਣੇ, ਤਾਂ ਉਹਨਾਂ ਕਨੇ ਵੇਖ ਕੇ ਫਿਰ ਇੱਕ ਜਜ਼ਬਾ ਆਉਂਦਾ, ਇੱਕ ਹਿੰਮਤ ਆਉਂਦੀ ਆ ਕਿ ਆਪਾਂ ਇੱਥੋਂ ਜਿੱਤ ਕੇ ਜਾਈਏ। ਤੇ ਉਹ ਦਿਨ ਜਦੋਂ ਆਪਾਂ ਆਪਣੇ ਪੇਰੈਂਟਸ ਨੂੰ ਮਿਲੀਏ ਤਾਂ ਉਹ ਕਿੰਨਾ ਹੀ ਮਤਲਬ ਖੁਸ਼ੀ ਵਾਲਾ ਦਿਨ ਹੋਈਏ, ਜਦੋਂ ਆਪਾਂ ਇੱਥੋਂ ਜਿੱਤ ਕੇ ਜਾਈਏ ਤੇ ਉਹਨਾਂ ਨੂੰ ਮਿਲਾਂਗੇ ਆਪਾਂ ਘਰ ਜਾ ਕੇ, ਤੇ ਉਹਨਾਂ ਨੂੰ ਕਿੰਨਾ ਆਪਣੇ 'ਤੇ ਫਖਰ ਤੇ ਪ੍ਰਾਊਡ ਮਹਿਸੂਸ ਹੋਊਗਾ ਕਿ ਹਾਂ, ਸਾਡਾ ਪੁੱਤ ਮਤਲਬ ਫਤਿਹ ਕਰਕੇ ਆਏ ਹਾਂ ਉੱਥੋਂ ਅਸੀਂ। ਸੋ ਅਸੀਂ ਫਤਿਹ ਕਰਕੇ ਹੀ ਜਾਣਾ ਚਾਹੁੰਦੇ ਹਾਂ, ਮਤਲਬ ਇਹ ਪੱਕਾ ਇਰਾਦਾ ਬਣਾ ਕੇ ਆਏ ਸੀਗੇ। ਜੇ ਮੈਂ ਗੱਲ ਕਰਾਂ ਸੁਖਮਨੀ, ਤੁਸੀਂ ਜਦੋਂ ਇੱਥੇ ਬਜ਼ੁਰਗਾਂ ਦੀ ਸੇਵਾ ਕਰਦੇ ਹੋ, ਉਹਨਾਂ ਨੂੰ ਪਾਣੀ ਦਿੰਦੇ ਹੋ, ਤਾਂ ਬੜੀਆਂ ਦੁਆਵਾਂ, ਬੜੇ ਆਸ਼ੀਰਵਾਦ ਮਿਲਦੇ ਹੋਣਗੇ। ਉਸ ਵਕਤ ਦਿਲ ਦੇ ਵਿੱਚ ਕਿੱਦਾਂ ਦਾ ਮਹਿਸੂਸ ਕਰਦੇ ਹੋ? ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਉਦੋਂ ਮਹਿਸੂਸ ਹੁੰਦਾ, ਉਹ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋ। ਇਹ ਤੁਹਾਨੂੰ ਪਤਾ ਹੀ ਹੈ, ਆਪਣੇ ਤੋਂ ਵੱਡੇ ਬਜ਼ੁਰਗਾਂ ਨੂੰ ਜਾਂ ਆਪਣੇ ਮਾਪਿਆਂ ਦੀ ਸੇਵਾ ਆਪਾਂ ਜਦੋਂ ਕਰਦੇ ਹਾਂ ਤਾਂ ਆਪਾਂ ਨੂੰ, ਆਪਣੀ ਰੂਹ ਨੂੰ, ਆਪਣੀ ਆਤਮਾ ਨੂੰ ਕਿੰਨੀ ਮਤਲਬ ਇੱਕ ਸ਼ਾਂਤੀ ਮਹਿਸੂਸ ਹੁੰਦੀ ਹੈ, ਇੱਕ ਸਕੂਨ ਲੱਗਦਾ, ਜੋ ਸ਼ਾਇਦ ਕਿਸੇ ਹੁਣ ਇੱਕ ਸਟੇਜ 'ਤੇ ਚੜ੍ਹ ਕੇ ਬੋਲਣ ਨਾਲ ਜਾਂ ਆਪਣੇ ਆਪ ਨੂੰ ਮਤਲਬ ਇੱਕ ਪਬਲਿਸਿਟੀ ਵਾਲੀ ਗੱਲ ਜੇ ਮੈਂ ਕਰਨਾ ਚਾਹਾਂ ਤਾਂ ਹੁਣ ਤੱਕ ਸ਼ਾਇਦ ਬਹੁਤ ਜ਼ਿਆਦਾ ਕਰਵਾ ਲਈ ਹੁੰਦੀ, ਜਾਂ ਮਤਲਬ ਬਹੁਤ ਜਾਣਿਆਂ ਨੇ ਬੜਾ ਮਤਲਬ
ਹਰ ਤਰੀਕੇ, ਪਰ ਉਹ ਚੀਜ਼ ਦਾ ਧਿਆਨ ਉਹ ਮਨ ਵੀ ਨਹੀਂ ਕਰਦਾ, ਸੀਰੀਅਸਲੀ ਮਨ ਨਹੀਂ ਕਰਦਾ ਕਿ ਮਤਲਬ ਇਹ ਨਹੀਂ ਚਾਹੁੰਦੇ ਕਿ ਲੋਕ ਸਾਨੂੰ ਜਾਣਨ, ਨਹੀਂ ਉਸ ਚੀਜ਼ ਦਾ ਕੁਝ ਨਹੀਂ ਹੈ। ਬਟ ਜੋ ਸਾਨੂੰ ਇੱਥੇ ਦੁਆਵਾਂ ਮਿਲਦੀਆਂ, ਸਿਰ ਤੇ ਹੱਥ ਰੱਖਦੇ ਆ ਨਾ ਬਜ਼ੁਰਗ, ਜਦੋਂ ਲੰਘਦੇ ਆ ਵੜਦੇ ਆ ਆਉਂਦੇ ਆ ਇੱਥੇ ਪਾਣੀ ਵੀ ਪਿਲਾਉਂਦੇ ਆ ਤਾਂ ਅੱਗੇ ਤੋਂ ਅਸੀਸਾਂ ਆਉਂਦੀਆਂ ਨੇ, ਉਹ ਅਸੀਸਾਂ ਰੂਹ ਤੋਂ ਹੁੰਦੀਆਂ, ਉਹ ਕਿਤੇ ਨਾ ਕਿਤੇ ਬਹੁਤ ਹੀ ਠੰਡਕ ਦਿੰਦੀਆਂ ਨੇ ਦਿਲ ਨੂੰ, ਔਰ ਬਹੁਤ ਹੀ ਐਵੇਂ ਲੱਗਦਾ ਕਿ ਮਾਪੇ ਦੂਰ ਨਹੀਂ ਹੈਗੇ, ਮਾਪੇ ਕੋਲ ਹੀ ਨੇ, ਮਤਲਬ ਪੇਰੈਂਟਸ ਤੋਂ ਦੂਰ ਨਹੀਂ ਬੈਠੀ, ਮੈਂ ਉਹਨਾਂ ਦੇ ਵਿੱਚ ਬੈਠੀ ਹਾਂ ਤੇ ਉਹ ਬਹੁਤ 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 ਪਿਆਰ ਦਿੰਦੇ ਆ ਸਾਰੇ। ਸੁਖਮਨੀ, ਜੇ ਮੈਂ ਗੱਲ ਕਰਾਂ, ਇਹ ਅੰਦੋਲਨ ਖਤਮ ਹੋਊਗਾ, ਉਸ ਤੋਂ ਬਾਅਦ ਤੁਹਾਡੀ ਜਿਹੜੀ ਜ਼ਿੰਦਗੀ ਹੈ ਉਹ ਦੁਬਾਰਾ ਉਸੇ ਤਰ੍ਹਾਂ ਸ਼ੁਰੂ ਹੋਊਗੀ। ਜ਼ਿੰਦਗੀ ਦੇ ਵਿੱਚ ਇਸ ਅੰਦੋਲਨ ਦੇ ਨਾਲ ਕੀ ਬਦਲਾਅ ਆਇਆ ਤੇ ਕੀ ਇੱਥੋਂ ਲੈ ਕੇ ਜਾਓਗੇ ਤੇ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ? ਇੱਥੇ ਜਾ ਕੇ ਪਹਿਲਾਂ ਅਸੀਂ ਚਾਹੁੰਦੇ ਹਾਂ ਉਹ ਦਿਨ ਜਲਦੀ ਤੋਂ ਜਲਦੀ ਆਵੇ ਜਦੋਂ ਅਸੀਂ ਇੱਥੋਂ ਫਤਿਹ ਕਰਕੇ ਜਾਈਏ ਤੇ ਜੈਕਾਰਿਆਂ ਦੀ ਗੂੰਜ ਨਾਲ ਅਸੀਂ ਸਾਰੇ ਖੁਸ਼ੀ-ਖੁਸ਼ੀ ਆਪਣੇ ਆਪਣੇ ਪਰਿਵਾਰਾਂ ਵਿੱਚ ਜਾਈਏ। ਤਾਂ ਅਸੀਂ ਮਤਲਬ ਪਰ ਸੋਚ ਰਹੇ ਹਾਂ ਕਿ ਜੋ ਇੱਥੇ ਇੱਕ ਰੂਟੀਨ ਬਣ ਗਈ ਆ, ਇੱਕ ਜ਼ਿੰਦਗੀ ਜੀ ਰਹੇ ਹਾਂ ਅਸੀਂ ਇੱਥੇ ਆ ਕੇ, ਇੱਕ ਅਲੱਗ ਜ਼ਿੰਦਗੀ ਜੋ ਆਪਣੇ ਮਤਲਬ ਜਦੋਂ ਦੇ ਅਸੀਂ ਇੱਥੇ ਆਏ, ਹੁਣ 6ਵਾਂ ਮਹੀਨਾ ਸ਼ੁਰੂ ਹੋ ਗਿਆ, ਕੰਪਲੀਟ ਹੋ ਗਿਆ, ਤਾਂ ਮਤਲਬ ਇੱਥੇ ਆ ਕੇ ਮਤਲਬ ਇੱਕ ਰੂਟੀਨ ਹੋ ਗਈ ਕਿ ਸਵੇਰੇ ਉੱਠਣਾ, ਉੱਠਦੇ ਹੀ ਫਰੈਸ਼ ਹੋ ਕੇ ਸਿੱਧਾ ਸਟੇਜ 'ਤੇ ਆਉਣਾ, ਸਾਰਾ ਦਿਨ ਇੱਥੇ ਡਿਊਟੀ ਦੇਣੀ, ਤਾਂ ਫਿਰ ਸ਼ਾਮ ਨੂੰ ਰਹਿਰਾਸ ਸਾਹਿਬ ਤੇ ਕੀਰਤਨ ਸੋਲਾ ਤੋਂ ਬਾਅਦ ਦੁਬਾਰਾ ਫਿਰ ਵਾਪਸ ਜਾਣਾ। ਉਹ ਥੱਕੇ ਟੁੱਟੇ ਹੁੰਦੇ ਆਪਾਂ ਤੇ ਆਪਾਂ ਫਿਰ ਉਹੀ ਡਿਨਰ ਕਰਕੇ ਫਿਰ ਸੋ ਜਾਣਾ, ਜੋ ਸੋਏ ਦਾ ਪਤਾ ਵੀ ਨਹੀਂ ਚੱਲਦਾ। ਸ਼ਾਇਦ ਉਹ ਜ਼ਿੰਦਗੀ 'ਚ ਇੰਨਾ ਜ਼ਿਆਦਾ ਸਟਰਗਲ ਨਹੀਂ ਕੀਤਾ, ਇਸ ਸਰੀਰ ਨੇ ਇੰਨਾ ਸਟਰਗਲ ਨਹੀਂ ਕੀਤਾ ਸੀ ਜੋ, ਪਰ ਹੁਣ ਉਹ ਅੰਦਰ ਆਪਣੀ ਆਤਮਾ ਨੂੰ ਨਾ ਬੜਾ ਸਕੂਨ ਜਿਹਾ ਮਿਲਦਾ ਕਿ ਮਤਲਬ ਜਿੰਨਾ ਹੋਣਾ ਚਾਹੀਦਾ, ਮਤਲਬ ਇੱਕ ਸਟਰਗਲ ਇਨਸਾਨ ਨੂੰ ਆਪਣੀ ਜ਼ਿੰਦਗੀ 'ਚ ਕਰਨਾ ਚਾਹੀਦਾ ਕਿ ਆਪਾਂ ਹਰ ਤਰ੍ਹਾਂ ਦੇ ਮਤਲਬ ਮਜ਼ਬੂਤ ਕਰਤਾ ਇਸ। ਹਾਂਜੀ, ਮਤਲਬ ਆਪਾਂ ਸਟਰੋਂਗ ਬਣਦੇ ਹਾਂ। ਤੇ ਮੈਂ ਸੋਚਦੀ ਹਾਂ ਜੋ ਸੁਖਮਨੀ ਇੱਥੇ ਆਈ ਸੀ ਉਹ ਹੁਣ ਨਹੀਂ ਹੈਗੀ। ਮਤਲਬ ਮੈਂ ਇੱਕ ਐਵੇਂ ਦੀ ਕੁੜੀ ਸੀ ਜੋ ਮਤਲਬ ਇੱਕ ਧੁੱਪ 'ਚ ਜਾਣ ਤੋਂ ਵੀ ਇੱਕ ਅੰਬਰੇਲਾ ਉਹ ਅੱਜ ਵੀ ਲੈਂਦੀ ਹਾਂ, ਬਟ ਮੈਂ ਇੱਕ ਸਟੈਪ ਧੁੱਪ 'ਚ ਨਹੀਂ ਰੱਖ ਪਾਉਂਦੀ ਹੁੰਦੀ ਸੀ ਡਸਟ ਤੋਂ। ਮੈਨੂੰ ਸਾਈਨਸ ਦੀ ਥੋੜ੍ਹੀ ਪ੍ਰੋਬਲਮ ਹੈਗੀ, ਸੋ ਬਟ ਉਹ ਚੀਜ਼ਾਂ ਮੈਂ ਦੱਸ ਰਹੀ ਹਾਂ ਕਿ ਮੈਂ ਆਪਣੇ ਆਪ ਨੂੰ ਬਹੁਤ ਚੇਂਜ ਹੋ ਗਈ ਹਾਂ। ਮੈਂ ਇੱਥੇ ਹੁਣ ਮੈਨੂੰ ਇਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ, ਮਤਲਬ ਬਸ ਮਾਈਂਡ 'ਚ ਇੱਕੋ ਗੱਲ ਆ ਕਿ ਆਪਾਂ ਜਿਸ ਚੀਜ਼ ਲਈ ਆਏ ਹਾਂ ਕਿ ਉਹੀ ਦਿਮਾਗ 'ਚ ਆ ਕਿ ਬਸ ਆਪਾਂ ਇੱਥੋਂ ਜਿੱਤ ਕੇ ਜਾਣਾ ਤੇ ਸੇਵਾ ਨਹੀਂ ਛੱਡਣੀ। ਮਤਲਬ ਜਦੋਂ ਤੱਕ ਵਾਹਿਗੁਰੂ ਨੂੰ ਇੱਕੋ ਅਰਦਾਸ ਕਰਦੇ ਹੁੰਦੇ ਹਾਂ ਕਿ ਉਹ ਹਿੰਮਤ ਬਖਸ਼ਣ ਕਿ ਅਗਲੇ ਦਿਨ ਸਵੇਰੇ ਉੱਠਣ ਦੀ, ਤੇ ਅਸੀਂ ਉਵੇਂ ਹੀ ਆਪਣੀ ਮਤਲਬ ਜਦੋਂ ਤੱਕ ਇਹ ਸੰਘਰਸ਼ ਹੈਗਾ ਤਾਂ ਸੇਵਾ ਕਰਦੇ, ਇੱਥੋਂ ਅਸੀਂ ਆਪਣੇ ਵੱਡਿਆਂ ਦੀਆਂ ਦੁਆਵਾਂ ਲੈ ਕੇ ਜਾਣੀਆਂ ਨੇ, ਪਿਆਰ। ਹਾਂਜੀ, ਉਸ ਤੋਂ ਬਾਅਦ ਅੰਦੋਲਨ ਤੋਂ ਬਾਅਦ ਕੀ ਕਰਨਾ ਜ਼ਿੰਦਗੀ ਦੇ ਵਿੱਚ, ਕੀ ਏਮ? ਅੰਦੋਲਨ ਤੋਂ ਬਾਅਦ ਪੇਰੈਂਟਸ ਮਤਲਬ ਜੋ ਚਲੋ ਉਹ ਤੇ ਮੈਰਿਜ ਦਾ ਜਿਵੇਂ ਵੀ ਹਾਂ, ਚਲੋ ਜਿਵੇਂ ਪੇਰੈਂਟਸ ਕਹਿੰਦੇ ਆ, ਬਟ ਜਾਂ ਜੋਬ ਹੀ ਆ ਜਾਂ ਫਿਰ ਪਹਿਲਾਂ ਹੀ ਕਰੋਨਾ ਖਤਮ ਹੋ ਜਾਏ ਸਰਕਾਰ ਦਾ, ਅੱਜ ਕਰੋਨਾ ਖਤਮ ਤੋਂ ਉਸ ਤੋਂ ਬਾਅਦ ਜੋਬ ਦਾ ਕੁਝ ਹੋਏ, ਜਾਂ ਫਿਰ ਲਾਈਫ 'ਚ ਬਸ ਮਤਲਬ ਇੱਕ ਫੈਮਿਲੀ ਲਾਈਫ ਹੀ ਸਟਾਰਟ ਦਾ ਹੁੰਦਾ ਕਿ ਮਤਲਬ ਚੰਗੇ ਤਰੀਕੇ ਦੇ ਨਾਲ ਜ਼ਿੰਦਗੀ। ਬਟ ਸੋਚਦੇ ਹਾਂ ਮਤਲਬ ਜੋ ਜੌਬ ਵਰਕਿੰਗ ਕਰਨ ਤੋਂ ਪਹਿਲਾਂ ਮੈਂ ਸੋਚਦੀ ਹੁੰਦੀ ਸੀ ਕਿ ਕੋਈ NGO ਜਾਂ ਕੋਈ ਐਵੇਂ ਦੀ ਚੀਜ਼ ਕਿ ਮੈਂ ਮਤਲਬ ਇੱਕ ਸੋਸ਼ਲ ਵਰਕਰ ਦੀ ਤਰ੍ਹਾਂ ਕੁਝ ਕਰ ਸਕਾਂ ਕਿਸੇ ਚੀਜ਼ ਲਈ। ਬਟ ਫਿਰ ਕਹਿੰਦੇ ਕਿ ਆਪਣੇ ਹੱਥ ਵੱਸ ਇਹ ਸਭ ਨਹੀਂ, ਆਪਾਂ ਸੋਚਦੇ ਬਹੁਤ ਕੁਛ ਹਾਂ ਬਟ ਆਪਾਂ ਕਰ ਨਹੀਂ ਪਾਉਂਦੇ, ਬਹੁਤ ਕੁਛ ਐਵੇਂ ਦਾ ਹੁੰਦਾ। ਬਟ ਕੋਸ਼ਿਸ਼ ਕਰਾਂਗੇ ਕੁਛ ਐਵੇਂ, ਪਰ ਕਿ ਸੇਵਾ ਕਰਨ ਦਾ ਆਪਣੇ ਬਜ਼ੁਰਗਾਂ ਦੀ ਕਿਤੇ ਨਾ ਕਿਤੇ ਕਿਸੇ ਤਰ੍ਹਾਂ ਨਾਲ ਕਿਸੇ ਚੀਜ਼ ਨੂੰ ਜੁਆਇਨ ਕਰ ਸਕਾਂ ਕਿ ਉਹ ਮੌਕਾ ਮਿਲ ਸਕੇ। ਸੋ ਸੇਵਾ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਹੋ? ਹਾਂ, ਸੋ ਆਖਰੀ ਸਵਾਲ ਜੇ ਮੈਂ ਗੱਲ ਕਰਾਂ ਇਸ ਅੰਦੋਲਨ ਦੇ ਨਾਲ ਕਿੰਨੇ ਕੁ ਜਿਹੜੇ ਉਹ ਨਵੇਂ ਰਿਸ਼ਤੇ ਨੇ, ਉਹ ਨਵੀਆਂ ਰੂਹਾਂ ਨੇ ਜਿਹੜੀਆਂ ਤੁਹਾਨੂੰ ਮਿਲੀਆਂ ਨੇ, ਤੇ ਜਿਹੜਾ ਤੁਹਾਡੀ ਜਿਹੜੀ ਬਾਕੀ ਦੀ ਜ਼ਿੰਦਗੀ ਆ ਉਹ ਤੁਹਾਡੇ ਨਾਲ ਉਹ ਰਿਸ਼ਤੇ ਤੇ ਉਹ ਰੂਹਾਂ ਜੁੜੀਆਂ ਰਹਿਣਗੀਆਂ? ਹਾਂਜੀ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਇੱਥੇ ਆ ਕੇ ਮੇਰਾ ਸਰਕਲ ਨਹੀਂ ਰਿਹਾ ਲਾਈਫ ਵਿੱਚ, ਮਤਲਬ ਕੋਈ ਫਰੈਂਡ ਸਰਕਲ ਨਹੀਂ ਸੀਗਾ ਸ਼ੁਰੂ ਤੋਂ, ਮਤਲਬ ਸਕੂਲ ਟਾਈਮਿੰਗ ਵੀ ਕੋਈ ਫਰੈਂਡ ਸਰਕਲ ਨਹੀਂ, ਕਾਲਜ ਟਾਈਮ ਕੁਝ ਨਹੀਂ। ਸੋ ਇੱਥੇ ਆ ਕੇ ਜਿੰਨੇ ਮੇਰੇ ਕੰਟੈਕਟਸ ਬਣੇ, ਆਪਣੇ ਵੱਡੇ ਬਜ਼ੁਰਗ, ਆਪਣੇ ਮਤਲਬ ਬੇਬੇ ਹੋਣੇ, ਤਾਂ ਮਤਲਬ ਜਿੰਨੇ ਵੀ ਆਣਾ ਨੰਬਰ ਲੈ ਕੇ ਜਾਣਾ ਤੇ ਬਾਅਦ 'ਚ ਕਾਲਸ ਵੀ ਕਰਦੇ ਆ, ਪੁੱਛਦੇ ਆ, ਹਾਲ ਚਾਲ ਪੁੱਛਦੇ ਆ, ਸੁਖਮਨ ਮਾੜੀ ਹੋ ਗਿਆ ਜਾਂ weight lose ਹੋ ਗਿਆ ਜਾਂ ਮਤਲਬ ਉਹ ਹਰ ਚੀਜ਼ ਦਾ ਫਿਕਰ ਕਰਦੇ ਆ, ਤਾਂ ਬਹੁਤ ਹੀ ਚੰਗਾ ਲੱਗਦਾ, ਮਤਲਬ ਬਹੁਤ ਖੁਸ਼ੀ ਹੁੰਦੀ ਆ ਕਿ ਮਤਲਬ ਆਪਣੀ ਕੋਈ ਫਿਕਰ ਕਰਦਾ ਹੈ ਨਾ। ਸੋ ਮਤਲਬ ਇੱਥੋਂ ਬਹੁਤ ਸਾਰੇ ਰਿਸ਼ਤੇ ਜੋੜੇ ਆ ਤੇ ਉਹ ਮਤਲਬ ਰਹਿੰਦੇ, ਮਤਲਬ ਜਦੋਂ ਤੱਕ ਮੈਂ ਜ਼ਿੰਦਾ ਸ਼ਾਇਦ ਉਹ ਰਿਸ਼ਤੇ ਤਦੋਂ ਤੱਕ ਮਤਲਬ ਮੇਰੇ ਨਾਲ ਰਹਿਣਗੇ ਕਿਉਂਕਿ ਇੰਨਾ ਕੁ ਪਿਆਰ ਮਿਲਿਆ ਸਭ ਦਾ। ਤੇ ਹਾਂਜੀ, ਇਸ ਅੰਦੋਲਨ ਦਾ ਕੋਈ ਅਜਿਹਾ ਪਲ ਜਿਹੜਾ ਸੁਖਮਨ ਕਦੇ ਵੀ ਜ਼ਿੰਦਗੀ ਦੇ ਵਿੱਚ ਨਹੀਂ ਭੁੱਲੂਗੇ? ਇਸ ਅੰਦੋਲਨ ਦੇ ਸਾਰੇ ਪਲ ਹੀ ਸੁਖਮਨ ਕਦੇ ਵੀ ਨਹੀਂ ਭੁੱਲੂਗੀ। ਫਿਰ ਵੀ ਕੋਈ ਦਿਲ ਦੇ ਕਰੀਬੀ ਹੁੰਦਾ ਵੀ ਕਿ ਉਸ ਪਲ ਨੇ ਅੱਖਾਂ ਦੇ ਵਿੱਚ ਅਥਰੂ ਆ ਗਏ ਹੋਣ ਜਾਂ ਖੁਸ਼ੀ ਦੇ ਮਾਰੇ ਇੰਨਾ ਕੁ ਬੰਦਾ ਐਕਸਾਈਟਿਡ ਹੋ ਜੇ, ਕੋਈ ਅਜਿਹਾ ਪਲ ਜਿਹਦਾ ਤੁਹਾਨੂੰ ਹਮੇਸ਼ਾ ਯਾਦ ਰਹੇ?
ਉਹ ਪਲ ਸਿਰਫ ਮੇਰੇ ਆਈ ਸੀਗੇ ਕਿ ਮੈਂ ਜਦੋਂ ਮੇਰਾ ਨਾਂ ਲੈ ਕੇ ਕੋਈ ਕੁਝ ਬੋਲਦਾ ਸਟੇਜ ਤੋਂ ਜਾਂ ਮੇਰੇ ਲਈ ਕੋਈ ਜਾਂ ਮੈਨੂੰ ਜਿੰਨੀ ਵਾਰ ਵੀ ਸਨਮਾਨਿਤ ਕੀਤਾ ਗਿਆ ਤਾਂ ਉਹ ਟਾਈਮ ਮੇਰੇ ਲਈ ਬਹੁਤ ਹੀ ਭਾਗਾਂ ਵਾਲਾ ਟਾਈਮ ਸੀਗਾ ਕਿ ਮੇਰੇ ਮਾਪਿਆਂ ਨੂੰ ਮੇਰੇ ਤੇ ਉਸ ਟਾਈਮ ਤੇ ਪ੍ਰਾਊਡ ਫੀਲ ਹੁੰਦਾ ਹੋਊਗਾ। ਉਸ ਟਾਈਮ ਤੇ ਸ਼ਾਇਦ ਮੇਰੇ ਕਿਤੇ ਨਾ ਕਿਤੇ ਅੱਖਾਂ 'ਚ ਅਥਰੂ ਵੀ ਆਏ ਸੀਗੇ ਕਿ ਮੈਂ ਇਸ ਲਾਇਕ ਨਹੀਂ ਸੀਗੀ, ਮਤਲਬ ਮੈਂ ਖੁਦ ਨੂੰ ਇਸ ਲਾਇਕ ਨਹੀਂ ਸਮਝਿਆ ਸੀ ਔਰ ਨਾ ਕਦੇ ਸੋਚਿਆ ਸੀ। ਉਹ ਸੋਚ ਰੱਖ ਕੇ ਨਾ ਆਈ ਸੀ, ਨਾ ਉਹ ਸੋਚ ਰੱਖ ਕੇ ਹਜੇ ਵੀ ਇੱਥੇ ਹੈਗੀਆਂ ਕਿ ਮਤਲਬ ਇਹ ਸਭ ਹੁੰਦਾ। ਪਰ ਮੈਂ ਇਹ ਚੀਜ਼ ਮੈਂ ਕਦੇ ਨਹੀਂ ਭੁੱਲੂੰਗੀ ਕਿ ਜੋ ਇੱਥੇ ਮਾਨ ਸਨਮਾਨ 32 ਜਥੇਬੰਦੀਆਂ ਵੱਲੋਂ ਜਾਂ ਆਪਣੀ ਪੂਰੀ ਸੰਗਤ ਵੱਲੋਂ ਮਿਲਿਆ, ਉਹ ਮੈਂ ਕਦੇ ਨਹੀਂ ਭੁੱਲ ਪਾਉਂਗੀ। ਉਹ ਮੇਰੇ ਲਈ ਬਹੁਤ ਹੀ ਅਨਮੋਲ ਆ, ਮਤਲਬ ਸਾਰਿਆਂ ਨੇ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਇੱਥੇ ਆ ਕੇ। ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਹੈ ਕਿ ਤੁਹਾਡੀ ਜਿਹੜੀ ਸੇਵਾ ਹੈ ਉਹ ਵੀ ਇਸ ਅੰਦੋਲਨ ਦੇ ਲਈ ਬਹੁਤ ਅਨਮੋਲ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਸੇਵਾ ਕਰ ਰਹੇ ਹੋ ਉਹ ਸ਼ਾਇਦ ਹੀ ਅਣਦੇਖਿਆ ਕੀਤੀ ਜਾ ਸਕਦੀ ਹੈ ਬਿਨਾਂ ਕਿਸੇ ਲਾਲਚ ਦੇ। ਇਹ ਦਿਨ ਰਾਤ ਸਵੇਰੇ ਆਉਂਦੇ ਨੇ 6 ਵਜੇ, ਉਸ ਤੋਂ ਬਾਅਦ ਜਦੋਂ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਉਸ ਤੋਂ ਉਹਨੂੰ ਸੁਣ ਕੇ ਫਿਰ ਆਪਣਾ ਜਿਹੜਾ ਰਹਿਣ ਬਸੇਰੇ ਦੇ ਵਿੱਚ ਜਾ ਕੇ ਆਰਾਮ ਕਰਦੇ ਨੇ। ਸੋ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦੀ ਜਿਹੜੀ ਕਹਾਣੀ ਹੈ, ਇਹਨਾਂ ਦੀ ਜੋ ਇੱਥੇ ਸੇਵਾ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ, ਤਾਂ ਉਸੇ ਮਕਸਦ ਦੇ ਨਾਲ ਤੁਹਾਡੇ ਨਾਲ ਜੁੜੇ ਸੀ। ਤੁਸੀਂ ਦੇਖ ਰਹੇ ਸੀ ਰੋਜ਼ਾਨਾ ਸਪੋਕਸਮੈਨ। ਕੈਮਰੇ ਦੇ ਪਿੱਛੇ ਮੇਰਾ ਸਾਥ ਦਿੱਤਾ ਮੇਰੇ ਸਹਿਯੋਗੀ ਜਸਪ੍ਰੀਤ ਨੇ। ਮੈਂ ਸ਼ਸ਼ਵ ਨਾਗਰਾ, ਧੰਨਵਾਦ।